ਸਾਡੇ ਨਾਲ ਕਮਲਦੀਪ ਕੌਰ ਵੀ ਜੁੜ ਰਹੇ ਨੇ, ਬਲਵੰਤ ਸਿੰਘ ਰਾਜੋਆਣਾ ਦੇ ਭੈਣ ਨੇ। ਕਮਲਦੀਪ ਕੌਰ ਜੀ, ਤੁਹਾਡਾ ਸਵਾਗਤ ਹੈ। ਇਸ ਪੋਸਟ ਦੇ ਜ਼ਰੀਏ ਰਾਜੋਆਣਾ ਕੀ ਕੁਝ ਕਹਿਣਾ ਚਾਹੁੰਦੇ ਨੇ, ਇਹ ਜੇ ਤੁਸੀਂ ਲੋਕਾਂ ਨੂੰ, ਸੰਗਤ ਨੂੰ ਦੱਸ ਸਕੋ। ਬਹੁਤ ਸਾਰੀਆਂ ਟਿੱਪਣੀਆਂ ਉਸ ਦੇ ਵਿੱਚ ਕੀਤੀਆਂ ਗਈਆਂ ਨੇ ਔਰ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਜਥੇਦਾਰ ਸਾਹਿਬ ਦੀ ਸਟੇਟਮੈਂਟ ਨੂੰ ਤੁਸੀਂ ਡਾਇਰੈਕਟਲੀ ਖੁਦ ਦੇ ਨਾਲ, ਰਾਜੋਆਣਾ ਖੁਦ ਦੇ ਨਾਲ ਕਿਉਂ ਜੋੜ ਰਹੇ ਨੇ? ਜੀ ਬਿਲਕੁਲ, ਅਸੀਂ ਘੱਲੂਘਾਰਾ ਦਿਵਸ ਤੇ ਜਿਹੜਾ ਵੀ ਸੰਦੇਸ਼ ਸਿੰਘ ਸਾਹਿਬ ਜੀ ਵੱਲੋਂ ਦਿੱਤਾ ਜਾਂਦਾ, ਅਸੀਂ ਉਹ ਹੀ ਨਹੀਂ, ਸਮੁੱਚਾ ਖਾਲਸਾ ਪੰਥ ਸਿੰਘ ਸਾਹਿਬ ਜੀ ਵੱਲ ਇੱਕ ਉਮੀਦ ਨਾਲ ਦੇਖ ਰਿਹਾ ਹੁੰਦਾ ਜੀ, ਕਿ ਉਹਨਾਂ ਦੇ ਸੰਦੇਸ਼ ਦੇ ਵਿੱਚ ਇੱਕ ਉਮੀਦ ਹੁੰਦੀ ਹੈ ਸਮੁੱਚੇ ਖਾਲਸਾ ਪੰਥ ਦੇ ਲਈ। ਕਿਉਂਕਿ ਤੁਸੀਂ ਜਾਣਦੇ ਹੋ ਕਿ ਪਿਛਲੇ 84 ਦਾ ਹੋਵੇ, ਜੂਨ 84 ਦਾ ਹੋਵੇ, ਚਾਹੇ ਨਵੰਬਰ 84 ਦਾ ਹੋਵੇ, ਚਾਹੇ ਬੰਦੀ ਸਿੰਘਾਂ ਦਾ ਮਸਲਾ ਹੋਵੇ, ਔਰ ਵੀਰ ਜੀ ਰਾਜੋਆਣਾ ਜੀ ਤਾਂ ਇੱਕ ਐਸਾ ਕੇਸ ਹੈ ਕਿ ਸਿੱਖਾਂ ਦਾ ਇੱਕੋ ਇੱਕ ਕੇਸ ਆ ਜਿਨ੍ਹਾਂ ਨੂੰ ਵੀਰ ਜੀ ਨੂੰ ਫਾਂਸੀ ਦੀ ਸਜ਼ਾ ਕੀ, ਤੇ 28 ਸਾਲਾਂ ਬਾਅਦ ਵੀ ਵੀਰ ਜੀ ਰਾਜੋਆਣਾ ਜੀ ਆਪਣੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਨੇ ਤੇ 16 ਸਾਲਾਂ ਤੋਂ ਫਾਂਸੀ ਤੱਕੀ ਚ ਨੇ। ਤੇ ਇਸ ਕਰਕੇ ਅਸੀਂ ਤਾਂ ਬਹੁਤ ਜ਼ਿਆਦਾ ਸਿੰਘ ਸਾਹਿਬ ਜੀ ਵੱਲ ਉਮੀਦ ਨਾਲ ਦੇਖਦੇ ਹੁੰਦੇ ਆ। 5 ਜੂਨ ਨੂੰ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਗਏ, ਜਿੱਥੇ ਗੁਰੂ ਰਾਮਦਾਸ ਜੀ ਦੇ ਅਸੀਂ ਅਰਦਾਸ ਕੀਤੀ। ਉੱਥੇ ਅਸੀਂ ਆਪਣੇ ਸ਼ਹੀਦਾਂ ਨੂੰ ਸਜਦਾ ਕੀਤਾ ਤੇ ਅਸੀਂ ਸਿੰਘ ਸਾਹਿਬ ਜੀ ਨਾਲ ਵੀ ਮੁਲਾਕਾਤ ਕੀਤੀ ਸੀ ਵੀਰ ਜੀ ਦੇ ਕੇਸ ਦੇ ਬਾਰੇ ਦੇ ਵਿੱਚ, ਤੇ ਕਿਸ ਤਰ੍ਹਾਂ ਮਤਲਬ ਕਿ ਸੁਪਰੀਮ ਕੋਰਟ ਨੇ ਵੀ ਪਹਿਲਾਂ ਚੀਫ ਜਸਟਿਸ ਜੀ ਨੇ ਇੰਨੇ ਕੁ ਆਰਡਰ ਦਿੱਤੇ ਵੀਰ ਜੀ ਦੇ ਹੱਕ 'ਚ। ਚੀਫ ਜਸਟਿਸ ਨੇ ਇਹ ਆਰਡਰ ਵੀ ਕੀਤਾ ਕਿ ਤੁਸੀਂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾਂ ਤੇ ਤੁਸੀਂ ਮਤਲਬ ਕਿ ਨੋਟੀਫਿਕੇਸ਼ਨ ਜਾਰੀ ਕਰ ਸਕਦੇ, ਤੁਸੀਂ ਤਾਂ ਫੈਸਲਾ ਕਰ ਚੁੱਕੇ ਹੋ, ਉਸਨੂੰ ਲਾਗੂ ਕਰੋ। ਪਰ ਇੰਨੇ ਆਰਡਰ ਸੁਪਰੀਮ ਕੋਰਟ ਦੇ ਬਾਅਦ ਵੀ ਜਿਹੜੀ ਕੇਂਦਰ ਸਰਕਾਰ ਉਹਨੇ ਫੈਸਲਾ ਨਹੀਂ ਕੀਤਾ ਹੈਗਾ, ਤੇ ਫਿਰ ਸੁਪਰੀਮ ਕੋਰਟ ਨੇ ਵੀ ਕੇਂਦਰ ਨੂੰ ਹੀ ਕਹਿਤਾ ਜੇ ਤੁਸੀਂ ਉਹੀ ਫੈਸਲਾ ਕਰ ਲਓ ਜਦੋਂ ਮਰਜ਼ੀ ਕਰੋ। 28 ਸਾਲਾਂ ਬਾਅਦ ਵੀ ਇਨਸਾਫ ਨਹੀਂ। ਪਰ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਦੀ ਸਪੋਰਟ ਐਸਜੀਪੀਸੀ ਜਾਂ ਜਥੇਦਾਰ ਸਾਹਿਬ ਦੀਆਂ ਸਟੇਟਮੈਂਟਸ ਦੇ ਜ਼ਰੀਏ ਮਿਲਣੀ ਚਾਹੀਦੀ ਹੈ ਰਾਜੋਆਣਾ ਪਰਿਵਾਰ ਨੂੰ, ਉਹ ਨਹੀਂ ਮਿਲ ਰਹੀ? ਨਹੀਂ, ਸਮੁੱਚੇ ਖਾਲਸਾ ਪੰਥ ਦੀ ਗੱਲ ਆ। ਕਿਉਂਕਿ ਘੱਲੂਘਾਰਾ ਦਿਵਸ ਜਦੋਂ ਵਾਪਰਿਆ, ਤੁਸੀਂ ਖੁਦ ਦੇਖੋ ਕਿ ਉਦੋਂ ਧਰਮ ਯੁੱਧ ਮੋਰਚਾ ਲੱਗਿਆ ਹੋਇਆ ਸੀ, ਹੱਕੀ ਮੰਗਾਂ ਦੇ ਲਈ ਕੌਮ ਸੰਘਰਸ਼ ਕਰ ਰਹੀ ਸੀਗੀ ਜੀ। ਤੇ ਇਸ ਲਈ ਘੱਲੂਘਾਰਾ ਜਦੋਂ ਵਾਪਰਿਆ ਤੇ ਘੱਲੂਘਾਰਾ ਦਿਵਸ ਤੇ ਸਿੰਘ ਸਾਹਿਬ ਜੀ ਨੇ ਸੰਦੇਸ਼ ਦਿੱਤਾ ਕਿ ਸਰਕਾਰਾਂ ਤੋਂ ਇਨਸਾਫ ਮੰਗਣ ਦੀ ਲੋੜ ਨਹੀਂ ਹੈਗੀ। ਤਾਂ ਜੇਕਰ ਸਰਕਾਰਾਂ ਤੋਂ ਇਨਸਾਫ ਮੰਗਣ ਦੀ ਲੋੜ ਹੀ ਨਹੀਂ ਹੈਗੀ, ਸੰਘਰਸ਼ ਕਰਨ ਦੀ ਲੋੜ ਹੀ ਨਹੀਂ ਆਪਦੇ ਹੱਕੀ ਮੰਗਾਂ ਦੇ ਲਈ, 28 ਸਾਲਾਂ ਬਾਅਦ ਵੀ ਸਾਨੂੰ ਮਤਲਬ ਉਹਨਾਂ ਤੋਂ ਇਨਸਾਫ ਨਹੀਂ ਮੰਗਣਾ ਚਾਹੀਦਾ, ਤਾਂ ਫਿਰ ਸਾਡੀ ਅਪੀਲ ਸੀਗੀ, ਵੀਰ ਜੀ ਦਾ ਕਹਿਣਾ ਸੀਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2012 ਚ ਅਪੀਲ ਪਾਈ ਆ, ਸਿੰਘ ਸਾਹਿਬ ਜੀ ਤੁਹਾਡਾ ਸੰਦੇਸ਼ ਆ ਕਿ ਸਰਕਾਰਾਂ ਤੋਂ ਇਨਸਾਫ ਨਹੀਂ ਮੰਗਣਾ ਚਾਹੀਦਾ। ਜੇ ਇਨਸਾਫ ਮੰਗਣਾ ਹੀ ਨਹੀਂ ਚਾਹੀਦਾ ਤਾਂ ਤੁਸੀਂ ਜਿਹੜੀ ਉਹ ਅਪੀਲ ਪਾਈ ਆ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਤੇ, ਤੁਸੀਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿਓ ਕਿ ਉਸ ਅਪੀਲ ਨੂੰ ਵਾਪਸ ਲਵੇ। ਤੇ ਫਿਰ ਤੁਹਾਡਾ ਅੱਗੇ ਐਕਸ਼ਨ ਪਲਾਨ ਕੀ ਹੋਏਗਾ? ਤੁਸੀਂ ਮਿਲਣ ਦੀ ਦੁਬਾਰਾ ਕੋਸ਼ਿਸ਼ ਕਰੋਗੇ ਜਥੇਦਾਰ ਸਾਹਿਬ ਦੇ ਨਾਲ? ਕਿਉਂਕਿ ਉਹਨਾਂ ਦੀ ਸਟੇਟਮੈਂਟ ਤਾਂ ਬਹੁਤ ਸਿੱਧੀ, ਉਹ ਕਹਿ ਰਹੇ ਨੇ ਕਿ ਹੁਕਮਰਾਨਾਂ ਦੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ। ਆਪਾਂ ਜਦੋਂ ਕਮਲਦੀਪ ਕੌਰ ਜੀ, ਤੁਸੀਂ ਜ਼ਿਆਦਾ ਇਹਨਾਂ ਚੀਜ਼ਾਂ ਬਾਰੇ ਜਾਣਦੇ ਹੋ ਕਿ ਜਦੋਂ ਆਪਾਂ ਸਿੱਖ ਪੰਥ ਦਾ ਜ਼ਿਕਰ ਕਰਦੇ ਹਾਂ ਤਾਂ ਫਿਰ ਹੱਥ ਫੈਲਾਉਣ ਵਾਲੀ ਗੱਲ ਹੁੰਦੀ ਨਹੀਂ, ਤਾਂ ਸ਼ਾਇਦ ਜਥੇਦਾਰ ਸਾਹਿਬ ਉਸ ਵਾਲੇ ਪਾਸੇ ਇਸ਼ਾਰਾ ਕਰ ਰਹੇ ਨੇ। ਤਾਂ ਫਿਰ ਅੱਗੇ ਰੂਪਰੇਖਾ ਕੀ ਹੋਵੇ? ਉਹਨਾਂ ਨੇ ਕਿਹਾ ਸੀ, ਆਪਣੇ ਬਿਆਨ ਦੇ ਵਿੱਚ ਕਿਹਾ ਸੀ ਕਿ ਸਾਨੂੰ ਸਰਕਾਰਾਂ ਤੋਂ ਝੋਲੀ ਅੱਡ ਕੇ ਇਨਸਾਫ ਨਹੀਂ ਮੰਗਣਾ ਚਾਹੀਦਾ। ਹੁਣ ਤੁਸੀਂ ਮੈਨੂੰ ਇੱਕ ਦੱਸੋ ਕਿ ਸ਼੍ਰੋਮਣੀ ਕਮੇਟੀ ਨੇ 25 ਲੱਖ ਲੋਕਾਂ ਦੇ ਸਾਈਨ ਕਰਵਾਏ ਨੇ, ਤੇ 25 ਲੱਖ ਲੋਕਾਂ ਦੇ ਸਾਈਨ ਬੰਦੀ ਸਿੰਘਾਂ ਦੀ ਰਿਹਾਈ ਲਈ ਕਰਵਾਏ ਨੇ, ਤੇ ਉਹਨਾਂ ਨੂੰ ਚਾਹੇ ਉਹਨਾਂ ਨੇ ਗਵਰਨਰ ਨੂੰ ਦੇਣਾ, ਸਾਡੀ ਤਾਂ ਇਹੀ ਆ ਕਿ ਰਾਸ਼ਟਰਪਤੀ ਜੀ ਕੋਲੇ ਜਾਣਾ ਚਾਹੀਦਾਗਾ, ਠੀਕ ਹੈ। ਤੇ ਉੱਥੇ ਸਿੰਘ ਸਾਹਿਬ ਜੀ ਦਾ ਜਦ ਸੰਦੇਸ਼ ਆ ਕਿ ਮੰਗਣਾ ਹੀ ਨਹੀਂ ਚਾਹੀਦਾ ਇਨਸਾਫ, ਉਹ ਪੂਰੇ ਖਾਲਸਾ ਪੰਥ ਲਈ ਸੰਦੇਸ਼ ਕਰ ਰਹੇ ਆ, ਤਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਪ੍ਰਭਾਵਿਤ ਆ ਉਹ ਅਸੀਂ ਆ, ਕਿਉਂਕਿ ਸਾਡੀ ਅਪੀਲ ਤੇ 12 ਸਾਲਾਂ ਤੋਂ ਵੀਰ ਜੀ ਦੀ ਅਪੀਲ ਤੇ ਫੈਸਲਾ ਨਹੀਂ ਹੋਇਆ। ਤੇ ਵੀਰ ਜੀ ਦਾ ਕਹਿਣਾ ਕਿ ਆਪਣੇ ਸੰਦੇਸ਼ ਨੂੰ ਪੂਰਾ ਕਰੋ ਤੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕਰੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਤੇ ਜਿਹੜੀ ਅਪੀਲ ਲੱਗੀ ਆ, ਹੁਣ ਵੀ ਸ਼੍ਰੀ ਅਕਾਲ ਤਖਤ ਸਾਹਿਬ ਆਦੇਸ਼ ਕਰਨ ਕਿ ਭਾਈ ਉਸ ਅਪੀਲ ਨੂੰ ਵਾਪਸ ਲਵੋ, ਕਿਉਂਕਿ ਉਹ ਲੱਗੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਤੇ ਆ। ਦੂਸਰੀ ਗੱਲ ਇਹ ਹੈ ਕਿ ਜੇਕਰ ਅਸੀਂ ਮਤਲਬ ਸਾਡੇ ਮਨ ਚ ਰੋਸ ਆ ਕਿ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਅਸੀਂ ਸਰਕਾਰਾਂ ਤੋਂ ਇਨਸਾਫ ਨਹੀਂ ਮੰਗਣਾ, ਅਸੀਂ ਹੱਕੀ ਮੰਗਾਂ ਲਈ ਆਪਣੀ ਹੱਕੀ ਮੰਗਾਂ ਵੀ ਨਹੀਂ ਮੰਗਣੀਆਂ ਹੈਗੀਆਂ, ਤੇ ਦੂਸਰੇ ਪਾਸੇ ਆਪਾਂ ਸਰਕਾਰਾਂ ਦੇ ਨਾਲ ਸਾਂਝ ਰੱਖਦੇ ਹਾਂ, ਉਦੋਂ ਸਾਡੇ ਦਿਲ ਨੂੰ ਦਰਦ ਹੁੰਦਾ, ਠੇਸ ਪਹੁੰਚਦੀ ਆ। ਜਦੋਂ ਸਾਡੇ ਭਰਾ 28 ਸਾਲਾਂ ਤੋਂ ਜੇਲ੍ਹ 'ਚ ਬੰਦ ਆ, 16 ਸਾਲਾਂ ਤੋਂ ਫਾਂਸੀ ਤੱਕੀ ਦੇ ਵਿੱਚ ਬੈਠੇ ਨੇ, 28 ਸਾਲਾਂ ਬਾਅਦ ਵੀ ਫਾਂਸੀ ਦੀ ਸਜ਼ਾ ਗਈ, ਤੇ ਅਸੀਂ ਆਪਣੇ ਸਿੰਘ ਸਾਹਿਬਾਨ ਨੂੰ ਦੇਖਦੇ ਆ ਕਿਤੇ ਕਾਂਗਰਸ ਪਾਰਟੀ ਦੇ ਵਿਆਹ ਤੇ ਹੁੰਦੇ ਆ ਤੇ ਕਿਤੇ ਆਮ ਆਦਮੀ ਪਾਰਟੀ ਦੇ ਵਿਆਹ ਤੇ ਹੁੰਦੇ ਆ, ਤਾਂ ਸਾਡੇ ਮਨ 'ਚ ਇਹ ਆ ਕਿ ਅਸੀਂ ਇੱਕ ਸੰਤਾਪ ਹੰਢਾ ਰਹੇ ਆ ਪਿਛਲੇ 39 ਸਾਲਾਂ ਤੋਂ। ਠੀਕ ਹੈ, ਜਿਹੜੇ ਸਾਡੇ ਸਿੰਘ ਸਾਹਿਬ ਜੀ ਆ ਉਹ ਤਾਂ ਫਿਰ ਇਹੀ ਕਹਿਣਾ ਕਿ ਠੀਕ ਹੈ ਸਿੰਘ ਸਾਹਿਬ ਜੀ ਤੁਸੀਂ ਆਨੰਦ ਲਓ।
ਚਲੋ ਸ਼ੁਕਰੀਆ ਕਮਲਦੀਪ ਕੌਰ ਜੀ, ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਉਮੀਦ ਕਰਦੇ ਹਾਂ ਕਿ ਜਥੇਦਾਰ ਸਾਹਿਬ ਤੱਕ ਐਸਜੀਪੀਸੀ ਤੱਕ ਇਹ ਗੱਲ ਤੁਹਾਡੀ ਪਹੁੰਚੇਗੀ। ਹੁਣ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾਂਦਾ ਉਸ ਦੇ ਉੱਤੇ ਲਾਜ਼ਮੀ ਤੌਰ ਤੇ ਨਜ਼ਰ ਰਹੇਗੀ, ਪਰ ਇੱਕ ਬਹੁਤ ਕਲੀਅਰ ਗੱਲ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਜੇਕਰ ਜਥੇਦਾਰ ਸਾਹਿਬ ਇਹ ਸਟੇਟਮੈਂਟ ਦਿੰਦੇ ਨੇ ਕੌਮ ਦੇ ਨਾਮ ਸੰਦੇਸ਼ ਦੇ ਜ਼ਰੀਏ ਕਿ ਸਰਕਾਰਾਂ ਤੋਂ ਇਨਸਾਫ ਮੰਗਣ ਦੀ ਲੋੜ ਨਹੀਂ, ਹੱਥ ਅੱਡਣ ਦੀ ਲੋੜ ਨਹੀਂ, ਤਾਂ ਫਿਰ ਇਸ ਦਾ ਅਗਲਾ ਪੜਾ ਵੀ ਪੂਰਾ ਕਰੋ। ਇਹ ਰਾਜੋਆਣਾ ਇਸ ਪੋਸਟ ਦੇ ਜ਼ਰੀਏ ਕਹਿਣਾ ਚਾਹੁੰਦੇ ਨੇ, ਜੋ ਉਹਨਾਂ ਨੇ अपनी भैन के जरिए सोशल मीडिया के उत्ते अपलोड करवाई ते कहा कि तुसीं जरूर अगे इस पूरे स्टैप के उत्ते कंप्लीट करो और एसजीपीसी नूं ताकीद करो कि अपील नूं वापस लै लैण। तुहानूं वो बयान भी सुणाउने आ जो जथेदार साहब दे वल्लों दिता गया, जिस बयान के उत्ते ये पूरा तुसीं कह सकते हो इतराज बलवंत सिंह राजोआणा जता रहे हैं कि साडी शक्ति घट है। साध संगत जी, साडी शक्ति घट नहीं है, पर साडी शक्ति बिखरी हुई जरूर है। जे असी ਜ਼ਾਲਮਾਂ ਨਾਲ टक्कर ਲੈਣੀ है तो सानू बिखरी हुई शक्ति नूं इकट्ठियां करना पएगा। असी 84 तो बाद कदे सिर जोड़ के बैठे भी नहीं आउने आ, अरदास च शामिल होने आ, अपनियां भावनावां अपने जज्बातां नूं जिहड़ा वो प्रगट करते हैं तो फिर घरे चले जाते हैं। अज लोड़ है कि असी सिख शक्ति नूं इकट्ठा करिए। ये जिहड़े छोटे छोटे मतभेद हुंदे आ ना, ये कौमां नूं जिंदा रखते हैं। इन्हां दी परवाह ना करिए, इन्हां मतभेदां तो उपर उठिए। इन्हां मतभेदां तो उपर उठ के श्री अकाल तख्त साहब की अगवाई दे विच इकट्ठे होइए। मैं नहीं कहना मेरी अगवाई च चलो, हम आदमी हाँ एकदमी, मैं अज हाँ कल नूं नहीं होवांगा, पर श्री अकाल तख्त साहब की सरपरस्ती च इकट्ठे जरूर होइए। साडियां संस्थावां साडी शक्ति का स्रोत है। अपनियां संस्थावां नूं मजबूत करन दा यतन करिए। मैं सारियां नूं झोली अड्ड के इहो अपील करदा कि श्री अकाल तख्त साहब की अगवाई च असी सिख शक्ति नूं इकट्ठा करिए। कोई लोड़ नहीं है सानू इंसाफ मंगण दी झोली अड्ड।